ਧੰਨ ਵਾਹਿਗੁਰੂ ਸਾਹਿਬ ਜੀਓ। ਜੇ ਕੋ ਗੁਰ ਤੇ ਵੇ ਮੁਖ ਹੋਵੈ, ਬਿਨ ਸਤਿਗੁਰ ਮੁਕਤ ਨਾ ਪਾਵੈ ਮੁਕਤ ਨਾ ਹੋਰ ਥੈ ਕੋਈ। ਪੁੱਛੋ ਵਿਵੇਕੀਆਂ ਜਾਇ, ਅਨੇਕ ਜੂਨੀ ਭਰਮ ਆਵੈ, ਵਿਣ ਸਤਿਗੁਰ ਮੁਕਤ ਨਾ ਪਾਏ। ਫਿਰ ਮੁਕਤ ਪਾਏ ਲਾਗ ਚਰਣੀ, ਸਤਿਗੁਰੂ ਸ਼ਬਦ ਸੁਣਾਏ। ਕਹੈ ਨਾਨਕ ਵਿਚਾਰ ਦੇਖੋ, ਵਿਣ ਸਤਿਗੁਰ ਮੁਕਤ ਨਾ ਪਾਏ। ਕਹੈ ਨਾਨਕ ਵਿਚਾਰ ਦੇਖੋ, ਵਿਣ ਸਤਿਗੁਰ ਮੁਕਤ ਨਾ ਪਾਏ। ਪਰਮ ਸਨਮਾਨਯੋਗ ਗੁਰੂ ਪਿਆਰੇ, ਗੁਰੂ ਸਵਾਰੇ ਸਤ ਸੰਗੀ ਜੀਓ। ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਦਾ ਸਦਕਾ ਤੀਸਰੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਤਿਨਾਂ ਦੀ ਪਾਵਨ ਰਸਨਾ ਤੋਂ ਉਚਾਰਨ ਕੀਤੀ ਹੋਈ ਮੁਬਾਰਕ ਬਾਣੀ ਆਨੰਦ ਸਾਹਿਬ, ਤਿਸ ਦੀ ਲੜੀਵਾਰ ਵਿਚਾਰ ਨੂੰ ਰੋਜ਼ਾਨਾ ਹੀ ਆਪਾਂ ਸਮਝਣ ਦਾ ਯਤਨ ਕਰਦੇ ਹਾਂ। ਆਓ ਤਿਸ ਲੜੀ ਦੇ ਤਹਿਤ 22 ਨੰਬਰ ਪੌੜੀ ਦਾ ਪਾਠ ਆਪਾਂ ਬੜੇ ਪਿਆਰ ਸਹਿਤ ਹੁਣੇ ਸਰਵਣ ਕੀਤਾ ਹੈ। ਸਤਿਗੁਰੂ ਜੀ ਮਿਹਰਮਤ ਕਰਨ, ਇਸ ਪਾਵਨ ਪੌੜੀ ਨੂੰ ਵਿਚਾਰਨ ਦਾ ਯਤਨ ਕਰੀਏ। ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਗੁਰੂ ਘਰ ਦੀ ਮਰਿਆਦਾ ਨੂੰ ਬਰਕਰਾਰ ਰੱਖਦਿਆਂ ਹੋਇਆਂ ਫਤਿਹ ਦੇ ਨਾਲ ਸਾਂਝ ਪਾਈਏ ਜੀ। ਪ੍ਰਵਾਨੋ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰੀ ਸਾਧ ਸੰਗਤ ਜੀਓ, ਕੱਲ ਦੀ ਪਾਵਨ ਪੌੜੀ ਦੇ ਵਿੱਚ ਆਪਾਂ ਇਸ ਗੱਲ ਨੂੰ ਸਮਝਣ ਦਾ ਯਤਨ ਕੀਤਾ ਸੀ, ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਤਾਂ ਸਨਮੁਖ ਸਿੱਖ ਕੋਈ, ਜਿਉ ਰਹੇ ਗੁਰੂ ਨਾਲੇ। ਸੋ ਸਤਿਗੁਰੂ ਜੀ ਨੇ ਕੱਲ ਦੀ ਪੌੜੀ ਦੇ ਵਿੱਚ ਸਨਮੁਖ ਸਿੱਖ ਦੀ ਪਰਿਭਾਸ਼ਾ ਨੂੰ ਸਾਡੇ ਸਾਹਮਣੇ ਬਿਆਨਿਆ ਸੀ ਕਿ ਜੇ ਕੋਈ ਗੁਰੂ ਦੇ ਸਨਮੁਖ, ਗੁਰੂ ਦੇ ਸਾਹਮਣੇ ਸੁਰਖਰੂ ਹੋਣਾ ਚਾਹੁੰਦਾ ਹੈ ਤੇ ਉਹਨੂੰ ਕਿਹੋ ਜਿਹੇ ਕਰਮ ਜਿਹੜੇ ਨੇ ਉਹ ਕਰਨੇ ਪੈਣੇ ਨੇ। ਜਿਵੇਂ ਸਤਿਗੁਰੂ ਜੀ ਕਹਿੰਦੇ ਨੇ, ਜਿਉ ਰਹੇ ਗੁਰ ਨਾਲੇ, ਗੁਰ ਕੇ ਚਰਨ ਹਿਰਦੈ ਧਿਆਏ, ਅੰਤਰ ਆਤਮੈ ਸੰਭਾਲੇ, ਆਪ ਛੱਡ ਸਦਾ ਰਹੇ ਪਰਨੈ, ਗੁਰ ਬਿਨ ਅਵਰ ਨਾ ਜਾਣੈ ਕੋਈ। ਸੋ ਸਤਿਗੁਰੂ ਜੀ ਕਹਿਣ ਲੱਗੇ ਇਹ ਸਾਰੇ ਕਰਮ ਜਿਹੜੇ ਨੇ ਉਸ ਨੂੰ ਆਪਣੇ ਜੀਵਨ ਦੇ ਅੰਦਰ ਕਰਨੇ ਪੈਣਗੇ ਜੇ ਕੋਈ ਸੁਰਖਰੂ ਹੋਣਾ ਚਾਹੁੰਦਾ ਹੈ। ਕਹਿਣ ਤੋਂ ਭਾਵ
ਕੱਲ ਦੀ ਵਿਚਾਰ ਦੇ ਵਿੱਚ ਆਪਾਂ ਸਨਮੁਖ ਨੂੰ ਸਮਝਣ ਦਾ ਯਤਨ ਕੀਤਾ ਸੀ। ਸਤਿਗੁਰੂ ਜੀ ਨੇ ਅੱਜ ਦੀ ਇਸ ਪਾਵਨ ਪੌੜੀ ਦੇ ਵਿੱਚ ਬੇਮੁਖ ਦੀ ਗੱਲ ਕੀਤੀ ਹੈ। ਵੈਸੇ ਬੇਮੁਖ ਸ਼ਬਦ ਹੈ, ਪਰ ਗੁਰੂ ਸਾਹਿਬ ਜੀ ਨੇ ਬੇਮੁਖ ਸ਼ਬਦ ਵਰਤਿਆ ਹੈ। ਬਾਣੀ ਦੇ ਵਿੱਚ ਕਿਤੇ ਬੇਮੁਖ ਆਇਆ, ਕਿਤੇ ਬੇਮੁਖ ਆਇਆ, ਜਿਹਦੇ ਅਰਥ ਨੇ ਉਹ ਸ਼ਖਸ ਜਿਹੜਾ ਗੁਰੂ ਦੇ ਵੱਲੋਂ ਮੁਖ ਮੋੜ ਚੁੱਕਾ ਹੈ, ਜਿਹੜਾ ਗੁਰੂ ਦੀ ਮੱਤ ਨੂੰ ਤਿਆਗ ਕੇ ਆਪਣੇ ਮਨ ਦੀ ਮਰਜ਼ੀ ਦੇ ਮੁਤਾਬਕ ਆਪਣੇ ਜੀਵਨ ਨੂੰ ਬਤੀਤ ਕਰ ਰਿਹਾ ਹੈ, ਜਿਹਨੂੰ ਸਤਿਗੁਰੂ ਜੀ ਇਸ ਢੰਗ ਦੇ ਨਾਲ ਵੀ ਬਿਆਨ ਕਰਦੇ ਨੇ, ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸੁਚੇਤ। ਸੋ ਬੇਮੁਖ ਉਸ ਨੂੰ ਕਿਹਾ ਗਿਆ ਹੈ ਜਿਹੜਾ ਗੁਰੂ ਦੇ ਵੱਲੋਂ ਮੁਖ ਮੋੜ ਕੇ ਤੇ ਪਤਾ ਨਹੀਂ ਆਪਣਾ ਮੁਖ ਹੋਰ ਕਿਹਦੇ ਵੱਲ ਕਰੀ ਬੈਠਾ ਹੈ। ਸੋ ਸਤਿਗੁਰੂ ਜੀ ਇਸ ਪਾਵਨ ਪੌੜੀ ਦੇ ਵਿੱਚ ਬਖਸ਼ਿਸ਼ ਕਰਦੇ ਨੇ, ਕਹਿਣ ਲੱਗੇ ਜੇ ਕੋ ਗੁਰ ਤੇ ਬੇਮੁਖ ਹੋਵੇ। ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤੀ, ਕਹਿਣ ਲੱਗੇ ਜੇ ਕੋਈ ਮਨੁੱਖ ਗੁਰੂ ਦੇ ਵੱਲੋਂ ਬੇਮੁਖ ਹੋ ਜਾਵੇ, ਗੁਰੂ ਦੇ ਵੱਲੋਂ ਆਪਣਾ ਮੁਖ ਮੋੜ ਲਵੇ, ਗੁਰੂ ਦੀ ਵਿਚਾਰਧਾਰਾ ਨੂੰ ਪਿੱਠ ਦਿਖਾ ਦੇਵੇ, ਗੁਰੂ ਦੀਆਂ ਸਿਧਾਂਤਾਂ ਨੂੰ ਤਿਲਾਂਜਲੀ ਦੇ ਦੇਵੇ, ਟੁੱਟ ਜਾਵੇ ਗੁਰੂ ਦੀਆਂ ਸਿਧਾਂਤਾਂ ਤੋਂ, ਗੁਰੂ ਦੀਆਂ ਸਿੱਖਿਆਵਾਂ ਤੋਂ, ਤੇ ਸਤਿਗੁਰੂ ਜੀ ਕਹਿਣ ਲੱਗੇ ਇਹ ਗੱਲ ਫਿਰ ਪੱਕੀ ਹੈ, ਬਿਨ ਸਤਿਗੁਰ ਮੁਕਤ ਨਾ ਪਾਵੇ। ਵੈਸੇ ਬਾਣੀ ਨੇ ਤਾਂ ਇੱਥੋਂ ਤੱਕ ਬਖਸ਼ਿਸ਼ ਕੀਤੀ ਹੈ। ਬਾਣੀ ਕਹਿਣ ਲੱਗੀ ਹਰ ਬਿਸਰਤ ਸਦਾ ਖੁਆਰੀ। ਜੇ ਤੇਰੀ ਜ਼ਿੰਦਗੀ ਦੇ ਵਿੱਚੋਂ ਪਰਮਾਤਮਾ ਵਿਸਰ ਗਿਆ ਹੈ, ਗੁਰੂ ਵਿਸਰ ਗਿਆ ਹੈ, ਜਿਹਨੇ ਪਰਮਾਤਮਾ ਦੇ ਨਾਲ ਤੈਨੂੰ ਜੋੜਨਾ ਹੈ, ਜੇ ਗੁਰੂ ਦੇ ਸਿਧਾਂਤ ਪ੍ਰਿੰਸੀਪਲਸ ਜਿਹੜੇ ਨੇ ਉਹ ਤੇਰੀ ਜ਼ਿੰਦਗੀ ਦੇ ਵਿੱਚੋਂ ਵਿਸਰ ਗਏ ਨੇ, ਤੇ ਸਤਿਗੁਰੂ ਜੀ ਕਹਿਣ ਲੱਗੇ ਫਿਰ ਤੇਰੀ ਜ਼ਿੰਦਗੀ ਦੇ ਵਿੱਚ ਹਮੇਸ਼ਾ ਖੁਆਰੀ ਹੈ। ਤੈਨੂੰ ਆਪਣੇ ਜੀਵਨ ਦੇ ਵਿੱਚ ਖੁਆਰ ਹੋਣਾ ਪਵੇਗਾ ਜੇ ਤੂੰ ਗੁਰੂ ਦੇ ਵੱਲੋਂ ਬੇਮੁਖ ਹੋ ਗਿਆ ਹੈ। ਬਲਕਿ ਬਾਣੀ ਨੇ ਇੱਥੋਂ ਤੱਕ ਬਖਸ਼ਿਸ਼ ਕੀਤੀ, ਸਤਿਗੁਰ ਬਾਝੋ ਗੁਰ ਨਹੀਂ ਕੋਈ, ਨਿਗੁਰੇ ਕਾਹੈ ਨਾਮ ਬੁਰਾ। ਸਤਿਗੁਰੂ ਜੀ ਕਹਿ ਲਗੇ ਨਿਗੁਰੇ ਬੰਦੇ ਦਾ ਤੇ ਨਾਮ ਵੀ ਬੁਰਾ ਹੈ। ਸਤਿਗੁਰੂ ਜੀ ਦੀ ਮੁਬਾਰਕ ਬਾਣੀ ਨੂੰ ਪੜ੍ਹੀਏ ਤੇ ਗੁਰੂ ਸਾਹਿਬ ਜੀ ਕਹਿਣ ਲੱਗੇ ਗੁਰੂ ਦੇ ਸ਼ਬਦ ਤੋਂ ਬਗੈਰ ਸਾਰਾ ਸੰਸਾਰ ਜਿਹੜਾ ਹੈ ਨਾ ਉਹ ਬੁਰਾਨਾ ਹੋਇਆ ਫਿਰਦਾ ਹੈ, ਝੱਲਾ ਹੋਇਆ ਫਿਰਦਾ ਹੈ, ਕਮਲਾ ਹੋਇਆ ਫਿਰਦਾ ਹੈ। ਕਿਉਂ? ਕਿਉਂਕਿ ਉਹ ਗੁਰੂ ਤੋਂ ਬੇਮੁਖ ਹੋ ਗਿਆ ਹੈ। ਉਸਨੇ ਗੁਰੂ ਦੀਆਂ ਸਿਧਾਂਤਾਂ ਨੂੰ ਪਿੱਠ ਦੇ ਦਿੱਤੀ ਹੈ, ਗੁਰੂ ਦੀਆਂ ਸਿੱਖਿਆਵਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚੋਂ ਵਿਸਾਰ ਦਿੱਤਾ ਹੈ। ਤੇ ਸਤਿਗੁਰੂ ਜੀ ਕਹਿਣ ਲੱਗੇ ਇਸ ਦਾ ਸਦਕਾ ਉਹ ਆਪਣੇ ਜੀਵਨ ਦੇ ਅੰਦਰ ਬੋਰਿਆਂ ਵਾਲਾ ਜੀਵਨ ਬਤੀਤ ਕਰ ਰਿਹਾ ਹੈ। ਤੇ ਆਪਾਂ ਬਚਨ ਪੜ੍ਹਦੇ ਹਾਂ, ਬਿਨ ਸ਼ਬਦੈ ਸਭ ਜਗ ਭੋਰਾਨਾ, ਬਿਰਥਾ ਜਨਮ ਗਵਾਇਆ। ਵੇਖੋ ਕੱਲ ਵੀ ਇਸ ਗੱਲ ਨੂੰ ਮੈਂ ਆਪ ਜੀ ਦੇ ਨਾਲ ਸਾਂਝਾ ਕੀਤਾ ਸੀ। ਜਿਹੜੇ ਗੁਰੂ ਦੇ ਸਨਮੁਖ ਹੋਏ ਨੇ ਨਾ, ਜਿਨ੍ਹਾਂ ਨੇ ਗੁਰੂ ਨੂੰ ਪਿੱਠ ਨਹੀਂ ਦਿਖਾਈ, ਜਿਹੜੇ ਗੁਰੂ ਦੀਆਂ ਸਿਧਾਂਤਾਂ ਨੂੰ ਆਪਣੇ ਜੀਵਨ ਦੇ ਅੰਦਰ ਪਲ ਪਲ ਬਤੀਤ ਕਰ ਰਹੇ ਨੇ, ਫਿਰ ਉਹਨਾਂ ਦੇ ਪਰਥਾਏ ਸਤਿਗੁਰੂ ਜੀ ਇਹ ਗੱਲ ਕਹਿੰਦੇ ਨੇ, ਖਾਲਸਾ ਮੇਰੋ ਸੱਜਣ ਸੂਰਾ, ਖਾਲਸਾ ਮੇਰੋ ਸਤਿਗੁਰ ਪੂਰਾ। ਖਾਲਸਾ ਮੇਰੋ ਪਿੰਡ ਪ੍ਰਾਣ, ਖਾਲਸਾ ਮੇਰੋ ਜਾਨ ਕੀ ਜਾਨ। ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੂੰ ਕਰੂ ਨਿਵਾਸ। ਇਹ ਉਹਨਾਂ ਦੇ ਲਈ ਹੈ ਜਿਹੜੇ ਗੁਰੂ ਨੂੰ ਪਿੱਠ ਨਹੀਂ ਦਿਖਾ ਕੇ ਗਏ, ਤੇ ਜਿਹੜੇ ਗੁਰੂ ਨੂੰ ਪਿੱਠ ਦਿਖਾ ਕੇ ਦੌੜ ਗਏ, ਜਿਹੜੇ ਗੁਰੂ ਨੂੰ ਪਿੱਠ ਦਿਖਾ ਕੇ ਭੱਜ ਗਏ। ਆਪਾਂ ਇਤਿਹਾਸ ਦੀਆਂ
ਪੰਨਿਆਂ ਦੇ ਵਿੱਚੋਂ ਕਦੇ ਉਹਨਾਂ ਦੇ ਜੀਵਨ ਨੂੰ ਸਮਝਣ ਦਾ ਯਤਨ ਕਰੀਏ। ਕਿਵੇਂ ਗੁਰੂ ਨੂੰ ਪਿੱਠ ਦਿਖਾਉਣ ਵਾਲੇ ਦੁਨੀ ਚੰਦ ਵਰਗਿਆਂ ਨੂੰ ਇਤਿਹਾਸ ਫਿਟਕਾਰਾਂ ਪਾਉਂਦਾ ਹੈ, ਕਿਵੇਂ ਗੁਰੂ ਨੂੰ ਪਿੱਠ ਦਿਖਾਉਣ ਵਾਲੇ ਗੰਗੂ ਵਰਗਿਆਂ ਨੂੰ ਇਤਿਹਾਸ ਜਿਹੜਾ ਹੈ ਉਹ ਫਿਟਕਾਰਾਂ ਪਾਉਂਦਾ ਹੈ। ਖੈਰ, ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ, ਕਹਿਣ ਲੱਗੇ ਜੇ ਕੋਈ ਗੁਰੂ ਤੋਂ ਬੇਮੁਖ ਹੋ ਜਾਵੇ ਤੇ ਇਹ ਗੱਲ ਪੱਕੀ ਹੈ, ਫਿਰ ਉਸ ਇਨਸਾਨ ਨੂੰ ਜ਼ਿੰਦਗੀ ਦੇ ਵਿੱਚ ਮੁਕਤੀ ਨਹੀਂ ਮਿਲ ਸਕਦੀ। ਉਹ ਇਨਸਾਨ ਕਦੇ ਵੀ ਆਪਣੇ ਜੀਵਨ ਦੇ ਵਿੱਚ ਮੁਕਤੀ ਪ੍ਰਾਪਤ ਨਹੀਂ ਕਰ ਸਕਦਾ। ਇੱਥੇ ਮੈਂ ਆਪ ਜੀਆਂ ਦੇ ਨਾਲ ਮੁਕਤੀ ਸ਼ਬਦ ਦੀ ਵਿਆਖਿਆ ਜਿਹੜੀ ਹੈ ਉਹ ਗੁਰਮਤਿ ਦੇ ਸਾਂਚੇ ਦੇ ਮੁਤਾਬਕ ਕਰਨੀ ਹੈ, ਟੂਕ ਸ਼ਬਦਾਂ ਦੇ ਵਿੱਚ। ਉਸ ਤੋਂ ਉਪਰੰਤ ਆਪਾਂ ਇਸ ਪਾਵਨ ਪੌੜੀ ਨੂੰ ਸਾਧ ਸੰਗਤ ਜੀ ਸਮਝਣ ਦਾ ਯਤਨ ਕਰਨਾ ਹੈ। ਹੁਣ ਸਤਿਗੁਰੂ ਜੀ ਕਹਿੰਦੇ ਨੇ, ਜੇ ਕੋ ਗੁਰ ਤੇ ਵੇਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ। ਜਿਹੜਾ ਗੁਰੂ ਦੇ ਵੱਲੋਂ ਬੇਮੁਖ ਹੋ ਗਿਆ ਹੈ, ਗੁਰੂ ਦੇ ਸਿਧਾਂਤਾਂ ਨੂੰ ਜਿਹਨੇ ਪਿੱਠ ਦੇ ਦਿੱਤੀ ਹੈ, ਜਿਹੜਾ ਤਿਲਾਂਜਲੀ ਦੇ ਗਿਆ ਹੈ, ਸਤਿਗੁਰੂ ਜੀ ਕਹਿਣ ਲੱਗੇ ਗੁਰੂ ਤੋਂ ਬਗੈਰ ਇਹ ਗੱਲ ਪੱਕੀ ਹੈ ਵੀ ਉਹਨੂੰ ਮੁਕਤੀ ਨਹੀਂ ਮਿਲ ਸਕਦੀ। ਹੁਣ ਇੱਥੇ ਕਿਹੜੀ ਮੁਕਤੀ ਦਾ ਜ਼ਿਕਰ ਹੈ? ਮਰਨ ਤੋਂ ਬਾਅਦ ਵਾਲੀ ਮੁਕਤੀ। ਵੈਸੇ ਖਿਮਾ ਕਰਨਾ, ਸਾਡੀ ਸਭਨਾਂ ਦੀ ਸੋਚ ਜਿਹੜੀ ਹੈ ਨਾ, ਸਾਡੀ ਮਾਨਸਿਕਤਾ ਦੀ ਸੂਈ ਜਿਹੜੀ ਹੈ ਉਹ ਉੱਥੇ ਅਟਕੀ ਪਈ ਹੈ ਜਿਸ ਥਾਂ ਤੇ ਬ੍ਰਾਹਮਣਵਾਦੀ ਸੋਚ ਨੇ, ਮਨੂਵਾਦੀ ਸੋਚ ਨੇ ਸਾਡੀ ਸੂਈ ਨੂੰ ਲਿਆ ਕੇ ਖੜਾ ਕਰ ਦਿੱਤਾ ਹੈ। ਉਹ ਬ੍ਰਾਹਮਣਵਾਦੀ ਸੋਚ ਕੀ ਹੈ? ਉਹ ਕਿੱਥੇ ਉਸਨੇ ਲਿਆ ਕੇ ਖੜਾ ਕਰ ਦਿੱਤਾ? ਉਸਨੇ ਇਸ ਥਾਂ ਦੇ ਉੱਤੇ ਲਿਆ ਕੇ ਸਾਡੀ ਮਾਨਸਿਕਤਾ ਨੂੰ ਖੜਾ ਕਰ ਦਿੱਤਾ ਕਿ ਇਸ ਜਨਮ ਦੇ ਵਿੱਚ ਤੁਸੀਂ ਦਾਨ ਪੁੰਨ ਕਰੋ, ਧਰਮ ਦੇ ਕਰਮ ਕਰੋ ਤੇ ਅਗਲੇ ਜਨਮ ਦੇ ਵਿੱਚ ਤੁਹਾਨੂੰ ਮੁਕਤੀ ਮਿਲੇਗੀ। ਇਸ ਜਨਮ ਤੋਂ ਬਾਅਦ, ਜਦੋਂ ਇਸ ਜਨਮ ਤੋਂ ਬਾਅਦ ਮੌਤ ਹੋਵੇਗੀ ਤੇ ਫਿਰ ਤੁਹਾਨੂੰ ਮੁਕਤੀ ਮਿਲੇਗੀ। ਤੁਸੀਂ ਵੇਖੋ ਵੀ ਸਾਰਾ ਜਿਹੜਾ ਉਹ ਰੋਲਾ ਹੈ ਨਾ, ਸਾਰਾ ਉਹ ਚੱਕਰਵਿਊਹ ਇਸ ਗੱਲ ਦੇ ਉੱਤੇ ਖੜਾ ਹੈ। ਧਰਮ ਦੀ ਦੁਨੀਆ ਦੇ ਅੰਦਰ ਹਰ ਇਨਸਾਨ ਜਿਹੜਾ ਹੈ ਉਹ ਮੌਤ ਤੋਂ ਬਾਅਦ ਦੀ ਮੁਕਤੀ ਜਿਹੜੀ ਹੈ ਉਹ ਪ੍ਰਾਪਤ ਕਰਨਾ ਚਾਹੁੰਦਾ ਹੈ। ਕਿਸੇ ਨੇ ਇਸ ਨੂੰ ਵੈਸ਼ਤ ਕਹਿ ਦਿੱਤਾ, ਕਿਸੇ ਨੇ ਸਵਰਗ ਕਹਿ ਦਿੱਤਾ। ਤੇ ਮੈਂ ਬੇਨਤੀ ਕਰਾਂ, ਜੇ ਉਹਨਾਂ ਨੇ ਵੈਸ਼ਤ ਕਿਹਾ, ਉਹਨਾਂ ਨੇ ਸਵਰਗ ਕਹਿ ਦਿੱਤਾ, ਸਾਡੇ ਵਾਲੇ ਨੇ ਸੱਚਖੰਡ ਕਹਿ ਦਿੱਤਾ। ਹੁਣ ਸਾਡੇ ਵੀ ਤਾਂ ਇਹ ਸ਼ਬਦ ਵਰਤਿਆ ਜਾਂਦਾ ਨਾ। ਆਪਾਂ ਬਾਹਰਦਿਆਂ ਦੀ ਗੱਲ ਨਾ ਕਰਕੇ ਅਸੀਂ ਆਪਣੀਆਂ ਕਮੀਆਂ ਨੂੰ, ਆਪਣੀਆਂ ਖਾਮੀਆਂ ਨੂੰ ਸਮਝਣ ਦਾ ਯਤਨ ਕਰੀਏ। ਜੇ ਉਹ ਵਹਿਸ਼ਤ ਦੀ ਗੱਲ ਕਰਦੇ ਨੇ ਮਰਨ ਤੋਂ ਬਾਅਦ, ਉਹ ਸਵਰਗ ਦੀ ਗੱਲ ਕਰਦੇ ਨੇ ਤੇ ਅਸੀਂ ਸੱਚਖੰਡ ਦੀ ਗੱਲ ਕਰੀ ਜਾ ਰਹੇ ਹਾਂ। ਤੁਸੀਂ ਵੇਖੋ ਕਿੰਨਿਆਂ ਬਾਬਿਆਂ ਦੇ ਨਾਮ ਦੇ ਨਾਲ ਇਹ ਸ਼ਬਦ ਜੋੜ ਦਿੱਤਾ, ਸੱਚਖੰਡ ਵਾਸੀ ਫਲਾਣਾ ਫਲਾਣਾ, ਸੱਚਖੰਡ ਵਾਸੀ ਫਲਾਣਾ ਪ੍ਰਾਣੀ। ਮੈਂ ਤਾਂ ਅਕਸਰ ਇਹ ਬੇਨਤੀ ਕਰਿਆ ਕਰਦਾ ਸਾਧ ਸੰਗਤ ਜੀ, ਵੀ ਜਦੋਂ ਕੋਈ ਪ੍ਰਾਣੀ ਚੜ੍ਹਾਈ ਕਰ ਜਾਂਦਾ ਨਾ, ਹੁਣ ਉਹਦੇ ਨਾਮ ਤੋਂ ਪਹਿਲਾਂ ਇਹ ਸ਼ਬਦ ਜੋੜਿਆ ਜਾਂਦਾ, ਸੱਚਖੰਡ ਵਾਸੀ ਫਲਾਣਾ ਸਿੰਘ। ਤੇ ਮੈਂ ਅਕਸਰ ਇਹ ਬੇਨਤੀ ਕਰਿਆ ਕਰਦਾ ਵੀ ਉਹ ਮਰ ਕੇ ਪਤਾ ਨਹੀਂ ਕਿੱਥੇ ਗਿਆ। ਵੈਸੇ ਬਾਣੀ ਕਹਿੰਦੀ ਹੈ, ਇੱਕ ਦੱਜੈ ਇੱਕ ਦੱਬੀਐ, ਇੱਕ ਨਾ ਕੁੱਤੇ ਖਾਹੇ, ਇੱਕ ਪਾਣੀ ਵਿੱਚ ਉਸਟੀਐ, ਇੱਕ ਪੀ ਫਿਰ ਹਸਨ ਪਾਹੇ, ਨਾਨਕ ਏਵ ਨਾ ਜਾਪਈ ਕਿੱਥੇ ਜਾਹੇ ਸਮਾਹੇ। ਸਤਿਗੁਰੂ ਜੀ ਦੀ ਬਾਣੀ ਕਹਿੰਦੀ ਹੈ ਵੀ ਉਹ ਪਤਾ ਨਹੀਂ ਕਿੱਥੇ ਗਿਆ। ਅਸੀਂ ਇੱਥੇ ਆਪਣੇ ਮਨੋਂ ਹੀ ਇਹ ਧਾਰਨਾ ਬਣਾ ਲੈਂਦੇ ਹਾਂ ਵੀ ਸੱਚਖੰਡ ਵਾਸੀ, ਵੀ ਉਹ ਸੱਚਖੰਡ 'ਚ ਪਹੁੰਚ ਗਿਆ। ਤੇ ਮੈਂ ਅਕਸਰ ਇਹ ਬੇਨਤੀ ਕਰਿਆ ਕਰਦਾ ਵੀ ਸਾਨੂੰ ਕਿਵੇਂ ਇੱਥੇ ਧਰਤੀ ਤੇ ਬੈਠਿਆਂ ਨੂੰ ਪਤਾ ਲੱਗਾ ਵੀ ਉਹ ਸੱਚਖੰਡ ਪਹੁੰਚ ਗਿਆ, ਤੇ ਕਿਹੜੇ ਸੱਚਖੰਡ ਪਹੁੰਚ ਗਿਆ? ਕਿ ਉਥੋਂ ਕਿਸੇ ਪ੍ਰਕਾਰ ਦਾ ਉਹਨੇ ਕੋਈ
ਸਾਡੇ ਨਾਲ ਕੰਟੈਕਟ ਕੀਤਾ ਹੈ ਕਿ ਸਾਨੂੰ ਉਹਨੇ ਫੋਨ ਕਰਕੇ ਕਹਿ ਦਿੱਤਾ ਵੀ ਭਾਈ ਹੁਣ ਮੇਰੇ ਨਾਮ ਦੇ ਨਾਲ ਤੁਸੀਂ ਇਹ ਸ਼ਬਦ ਜੋੜ ਦਿਓ, ਸੱਚਖੰਡ ਵਾਸੀ ਜਾਂ ਸਵਰਗ ਵਾਸੀ, ਵੀ ਮੈਂ ਸਵਰਗਾਂ ਦੇ ਵਿੱਚ ਪਹੁੰਚ ਗਿਆ, ਮੈਂ ਸੱਚਖੰਡ ਦੇ ਵਿੱਚ ਪਹੁੰਚ ਗਿਆ, ਹੁਣ ਮੇਰੇ ਨਾਮ ਦੇ ਨਾਲ ਤੁਸੀਂ ਇਹ ਸ਼ਬਦ ਜੋੜ ਦਿਓ। ਕਿ ਉਹਨੇ ਫੋਨ ਕਰਕੇ ਕਹਿ ਦਿੱਤਾ ਜਾਂ ਸਾਨੂੰ ਉਹਨੇ ਮੈਸੇਜ ਕਰ ਦਿੱਤਾ WhatsApp ਦੇ ਉੱਤੇ ਵੀ ਹੁਣ ਮੇਰੇ ਨਾਮ ਦੇ ਨਾਲ ਜੋੜ ਦਿਓ। ਸੋ ਇਹ ਸਾਡੀਆਂ ਗਲਤ ਧਾਰਨਾਵਾਂ ਬਣੀਆਂ ਹੁੰਦੀਆਂ ਨੇ। ਬੇਨਤੀ ਕਰ ਰਿਹਾ ਸੀ ਵੀ ਜਿਵੇਂ ਉਹਨਾਂ ਨੇ ਸਵਰਗ ਸ਼ਬਦ ਲੈ ਲਿਆ, ਉਹਨਾਂ ਨੇ ਵਹਿਸ਼ਤ ਤੇ ਦੋਜਕ ਸ਼ਬਦ ਲੈ ਲਿਆ, ਸਾਡੇ ਵਾਲਿਆਂ ਨੇ ਸੱਚਖੰਡ ਸ਼ਬਦ ਚੱਕ ਲਿਆ। ਹੁਣ ਸਤਿਗੁਰੂ ਜੀ ਦੀ ਬਾਣੀ ਕਹਿੰਦੀ ਹੈ ਸੱਚਖੰਡ, ਵੀ ਇਹ ਸੱਚਖੰਡ ਜਿਹੜਾ ਹੈ ਨਾ ਇਹ ਕੋਈ 7ਵੇਂ ਅਸਮਾਨ ਤੇ ਨਹੀਂ ਹੈ। ਆਪਾਂ ਰੋਜ਼ ਹੀ ਜਪਜੀ ਸਾਹਿਬ ਦੀ ਪਾਵਨ ਬਾਣੀ ਨੂੰ ਪੜ੍ਹਦੇ ਆ ਨਾ, ਸਤਿਗੁਰੂ ਜੀ ਕਹਿ ਲਗੇ ਆਹ ਜਿਹੜਾ ਸੱਚਖੰਡ ਹੈ ਇਹ ਕੋਈ 7ਵੇਂ ਅਸਮਾਨ ਤੇ ਥੋੜੀ ਨਾ, ਇਹ ਸੱਚਖੰਡ ਤਾਂ ਤੇਰਾ ਹਿਰਦਾ ਬਣ ਸਕਦਾ, ਇਹ ਸੱਚਖੰਡ ਤਾਂ ਤੇਰਾ ਇਹ ਮਾਈਂਡ ਬਣ ਸਕਦਾ, ਤੇਰੇ ਵਿਚਾਰ ਸੱਚਖੰਡ ਬਣ ਸਕਦੇ ਨੇ। ਖੰਡ ਦਾ ਕੀ ਅਰਥ ਹੁੰਦਾ ਹੈ ਜੀ? ਟੋਟਾ। ਤੇ ਸੱਚ ਦਾ ਅਰਥ ਹੈ ਸਦਾ ਸਦੀਵੀ ਰਹਿਣ ਵਾਲਾ, ਸੱਚ ਭਾਵ ਉਹ ਟੋਟਾ ਜਿੱਥੇ ਹਮੇਸ਼ਾ ਹੀ ਸੱਚ ਬਣਿਆ ਹੈ। ਹੁਣ ਸਤਿਗੁਰੂ ਜੀ ਕਹਿੰਦੇ ਨੇ ਸੱਚਖੰਡ ਵਸੈ ਨਿਰੰਕਾਰ। ਜੇ ਤੇਰੇ ਹਿਰਦੇ ਦੇ ਵਿੱਚ ਉਹ ਨਿਰੰਕਾਰ ਪ੍ਰਮਾਤਮਾ ਵਸ ਜਾਵੇ ਤੇ ਗੁਰੂ ਸਾਹਿਬ ਜੀ ਕਹਿੰਦੇ ਨੇ ਤੇਰਾ ਹਿਰਦਾ ਹੀ ਸੱਚਖੰਡ ਬਣ ਸਕਦਾ ਹੈ, ਤੇਰਾ ਹਿਰਦਾ ਹੀ ਸੱਚਖੰਡ ਹੈ। ਪਰ ਖਿਮਾ ਕਰਨਾ, ਅਸੀਂ ਮਰਨ ਤੋਂ ਬਾਅਦ ਦੇ ਕਿਸੇ ਸੱਚਖੰਡ ਦੀ ਆਸ ਰੱਖੀ, ਜਿਵੇਂ ਉਹਨਾਂ ਲੋਕਾਂ ਨੇ ਸਵਰਗ ਦੀ ਰੱਖੀ, ਨਰਕ ਦੀ ਰੱਖੀ, ਉਹਨਾਂ ਨੇ ਦੋਸ਼ਕ ਤੇ ਵਹਿਸ਼ਤ ਦੀ ਗੱਲ ਕੀਤੀ, ਅਸੀਂ ਸੱਚਖੰਡ ਚੁੱਕ ਲਿਆ। ਕਿੰਨੇ ਸਾਧ ਜਿਹੜੇ ਸਨ ਉਹਨਾਂ ਦੇ ਨਾਵਾਂ ਦੇ ਨਾਲ ਪੂਰਨ ਬ੍ਰਹਮ ਗਿਆਨੀ, ਸੱਚਖੰਡ ਵਾਸੀ, ਫਲਾਣਾ ਫਲਾਣਾ, ਕਮਾਲ ਦੀ ਬਾਤ ਹੈ। ਮੈਂ ਫਿਰ ਬੇਨਤੀ ਕਰਦਾ ਵੀ ਸਾਡੇ ਕੋਲ ਕਿਵੇਂ ਇਹ ਇੰਪਰੂਵ ਹੋ ਗਿਆ ਵੀ ਉਹ ਸੱਚਖੰਡ ਪਹੁੰਚ ਗਿਆ। ਹੋ ਸਕਦਾ ਉਹ ਰਾਹ 'ਚ ਕਿਤੇ ਅਟਕਿਆ ਹੋਵੇ, ਅਜੇ ਸੱਚਖੰਡ ਨਾ ਪਹੁੰਚਿਆ ਹੋਵੇ, ਪਰ ਅਸੀਂ ਲਾ ਦਿੱਤਾ ਬਸ ਮਰਨ ਤੋਂ ਬਾਅਦ ਸਵਰਗ ਵਾਸੀ, ਸੱਚਖੰਡ ਵਾਸੀ। ਸਤਿਗੁਰੂ ਜੀ ਕਹਿੰਦੇ ਜਿਉਂਦਿਆਂ ਜੀ ਸੱਚਖੰਡ ਵਾਸੀ ਬਣਨਾ ਹੈ। ਆਪਣੇ ਅੰਦਰ ਨਿਰਾ ਆਕਾਰ ਪ੍ਰਮਾਤਮਾ ਦੀਆਂ ਉਹਨਾਂ ਗੁਣਾਂ ਨੂੰ ਆਪਣੇ ਅੰਦਰ ਧਾਰਨ ਕਰਕੇ ਤੂੰ ਜਿਉਂਦਿਆਂ ਜੀ ਸੱਚਖੰਡ ਵਾਸੀ ਬਣ। ਮਰਨ ਤੋਂ ਬਾਅਦ ਸੱਚਖੰਡ ਵਾਸੀ ਵਾਲੀ ਲਾਲਸਾ, ਜਗਿਆਸਾ ਆਪਣੇ ਜੀਵਨ ਦੇ ਵਿੱਚੋਂ ਕੱਢ ਦੇ। ਮਰਨ ਤੋਂ ਬਾਅਦ ਮੁਕਤੀ ਦੀ ਜਿਹੜੀ ਲਾਲਸਾ ਹੈ ਉਹ ਆਪਣੇ ਜੀਵਨ ਦੇ ਵਿੱਚੋਂ ਤਿਆਗ ਦੇ। ਛੱਡ ਦੇ ਇਸ ਆਸ ਨੂੰ ਵੀ ਮਰਨ ਤੋਂ ਬਾਅਦ ਤੈਨੂੰ ਮੁਕਤੀ ਮਿਲੇਗੀ। ਸਤਿਗੁਰੂ ਜੀ ਕਹਿ ਲੱਗੇ ਜੇ ਮੁਕਤ ਹੋਣਾ ਹੈ ਤੇ ਜਿਉਂਦਿਆਂ ਜੀ ਮੁਕਤ ਹੋ। ਇਸੇ ਕਰਕੇ ਬਾਣੀ ਨੇ ਇਹ ਬੜੀਆਂ ਪਿਆਰੀਆਂ ਬਾਤਾਂ ਸਾਡੇ ਸਾਹਮਣੇ ਰੱਖੀਆਂ। ਮੂਏ ਹੋਏ ਜੋ ਮੁਕਤ ਦਿਓਗੇ, ਮੁਕਤ ਨਾ ਜਾਣੇ ਕੋਇਲਾ। ਭਗਤ ਬੇਣੀ ਜੀ ਨੂੰ ਪੁੱਛੀਏ, ਉਹ ਕਹਿਣ ਲੱਗੇ ਬੇਣੀ ਕਹੇ ਸੁਣੋ ਰੇ ਸੰਤੋ, ਮਰਨ ਮੁਕਤ ਕਿਨ ਪਾਈ। ਭਗਤ ਕਬੀਰ ਸਾਹਿਬ ਜੀ ਨੇ ਤਾਂ ਇੱਥੋਂ ਤੱਕ ਬਖਸ਼ਿਸ਼ ਕਰ ਦਿੱਤੀ। ਉਹ ਕਹਿਣ ਲੱਗੇ ਕਵਨ ਨਰਕ ਕਿਆ ਸੁਰਗ ਵਿਚਾਰਾ, ਸੰਤਨ ਦੋ ਰਾਧੇ, ਹਮ ਕਾਹੂ ਕੀ ਕਾਣ ਨਾ ਕੱਢਤੇ ਆਪਣੇ ਗੁਰ ਪ੍ਰਸਾਦੇ। ਪਰ ਖਿਮਾ ਕਰਨਾ, ਅੱਜ ਬਾਬੇ ਨਾਨਕ ਦੀ ਬਾਣੀ ਜਿਹੜੀ ਸਾਨੂੰ ਇਹਨਾਂ ਗੱਲਾਂ ਦੇ ਨਾਲ ਜੋੜਦੀ ਹੈ ਵੀ ਮਰਨ ਤੋਂ ਬਾਅਦ ਮੁਕਤੀ ਨਹੀਂ, ਜਿਉਂਦਿਆਂ ਜੀ ਮੁਕਤੀ ਪ੍ਰਾਪਤ ਕਰਨੀ ਹੈ। ਅੱਜ ਉਸੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੀ ਪਾਵਨ ਬਾਣੀ ਦੀ ਵਿਆਖਿਆ ਇਸ ਢੰਗ ਦੇ ਨਾਲ ਕੀਤੀ ਜਾ ਰਹੀ ਹੈ ਵੀ ਮਰਨ ਤੋਂ ਬਾਅਦ ਤੁਹਾਨੂੰ ਮੁਕਤੀ ਮਿਲੇਗੀ। ਤੁਸੀਂ ਹੁਣ ਬਾਣੀ ਪੜ੍ਹੋ ਤੇ ਇਹਦਾ ਲਾਭ ਜਿਹੜਾ ਹੈ ਉਹ ਤੁਹਾਨੂੰ ਮਰਨ ਤੋਂ ਬਾਅਦ ਮਿਲੇਗਾ ਨਾ। ਸਤਿਗੁਰੂ ਜੀ ਦੀ ਬਾਣੀ ਕਹਿੰਦੀ ਹੈ ਆਪਣ ਹੱਥੀ ਆਪਣਾ ਆਪੇ ਹੀ ਕਾ ਸਵਾਰੀਏ। ਮੈਂ ਤਾਂ ਅਕਸਰ ਇਹ ਬੇਨਤੀ ਕਰਿਆ ਕਰਦਾ ਵੀ ਜਿਹੜੀਆਂ ਅਸੀਂ ਕਿਸੇ ਪ੍ਰਾਣੀ ਦੀ ਚੜ੍ਹਾਈ ਕਰਨ ਤੋਂ ਬਾਅਦ ਅਖੰਡ ਪਾਠ ਸਾਹਿਬ ਜਾਂ ਸਹਿਜ ਪਾਠ ਕਰਦੇ ਹਾਂ ਨਾ, ਜਾਂ ਜਿਹੜੀ ਅਸੀਂ ਅੰਤਿਮ ਅਰਦਾਸ ਦਾ ਉਹ ਸਮਾਗਮ ਰੱਖਦੇ ਹਾਂ, ਖਿਮਾ ਕਰਨਾ ਉਹਦਾ ਮਕਸਦ ਇਹ ਹਰਗਜ਼ ਨਹੀਂ ਹੈ ਵੀ ਇਹ ਪੜ੍ਹੀ ਬਾਣੀ ਜਿਹੜੀ ਹੈ ਇਹ ਉਸ ਮ੍ਰਿਤਕ ਪ੍ਰਾਣੀ ਤੱਕ ਪਹੁੰਚੇਗੀ ਨਾ। ਬਾਣੀ ਦਾ ਸੰਬੰਧ ਸਾਡੇ ਨਾਲ ਸਾਧ ਸੰਗਤ ਜੀ ਜਿਉਂਦਿਆਂ ਜੀ ਤੱਕ ਹੈ। ਜਿਉਂਦਿਆਂ ਜੀ
ਬਾਣੀ ਨੂੰ ਪੜ੍ਹ ਕੇ ਅਸੀਂ ਆਪਣੇ ਜੀਵਨ ਨੂੰ ਸਵਾਰਨਾ ਹੈ। ਜਿੱਦਣ ਇਸ ਸਰੀਰ ਦੇ ਵਿੱਚੋਂ ਇਹ ਜੀਵਾਤਮਾ ਚਲੀ ਗਈ, ਉਦਣ ਸਾਡੇ ਜਾਣ ਤੋਂ ਬਾਅਦ ਕੋਈ ਜਿੰਨੀ ਮਰਜ਼ੀ ਬਾਣੀ ਪੜ੍ਹਦਾ ਫਿਰੇ, ਸਾਨੂੰ ਇਸ ਦਾ ਕੋਈ ਲਾਭ ਨਹੀਂ। ਹਾਂ, ਸਾਡਾ ਸਵਾਲ ਹੋ ਸਕਦਾ ਹੈ ਵੀ ਫਿਰ ਸਾਨੂੰ ਇਹ ਅੰਤਿਮ ਅਰਦਾਸ ਜਿਹੜੀ ਹੈ ਜਾਂ ਬਾਣੀ ਜਿਹੜੀ ਹੈ ਉਹ ਨਹੀਂ ਪੜ੍ਹਨੀ ਚਾਹੀਦੀ। ਪੜ੍ਹਨੀ ਚਾਹੀਦੀ ਹੈ। ਮ੍ਰਿਤਕ ਪ੍ਰਾਣੀ ਦੇ ਚੜ੍ਹਾਈ ਕਰਨ ਤੋਂ ਬਾਅਦ ਬਾਣੀ ਜਿਹੜੀ ਹੈ ਉਹ ਪੜ੍ਹਨੀ ਚਾਹੀਦੀ ਹੈ, ਪਰ ਇਹਦੇ ਪਿੱਛੇ ਭਾਵਨਾ ਇਹ ਹਰਗਜ਼ ਨਾ ਹੋਵੇ ਵੀ ਇਹ ਸਾਡੀ ਪੜ੍ਹੀ ਬਾਣੀ ਜਿਹੜੀ ਹੈ ਉਹ ਮ੍ਰਿਤਕ ਪ੍ਰਾਣੀ ਤੱਕ ਪਹੁੰਚ ਜਾਵੇਗੀ। ਕਈ ਮੈਂ ਵੇਖੇ ਨੇ, ਉਹ ਬੈਠੇ ਉਸ ਲਾਸ਼ ਦੇ ਕੋਲ ਉਹ ਬਾਣੀ ਪੜ੍ਹਦੇ ਨੇ। ਉਹਨਾਂ ਦਾ ਭਾਵ ਇਹ ਹੁੰਦਾ ਵੀ ਅਸੀਂ ਇਸ ਨੂੰ ਸੁਣਾ ਰਹੇ ਹਾਂ। ਨਾ, ਉਹ ਨਹੀਂ ਸੁਣ ਰਿਹਾ। ਅਸੀਂ ਉੱਥੇ ਬਾਣੀ ਇਸ ਭਾਵਨਾ ਦੇ ਨਾਲ ਪੜ੍ਹਨੀ ਹੈ ਵੀ ਇਸ ਦੁੱਖ ਦੀ ਘੜੀ ਦੇ ਵਿੱਚ ਸਾਡੇ ਮਨ ਨੂੰ ਦ੍ਰਿੜਤਾ ਮਿਲ ਸਕੇ, ਸਾਡੇ ਮਨ ਨੂੰ ਇੱਕ ਹੌਸਲਾ ਮਿਲ ਸਕੇ। ਵੈਸੇ ਕਿਸੇ ਦੇ ਚੜ੍ਹਾਈ ਕਰ ਜਾਣ ਤੋਂ ਬਾਅਦ ਜੋ ਵੀ ਅਸੀਂ ਕਾਰ ਵਿਹਾਰ ਕਰਦੇ ਹਾਂ ਬਾਣੀ ਪੜ੍ਹਨ ਦਾ ਜਾਂ ਅੰਤਿਮ ਅਰਦਾਸ ਦਾ, ਇਹਦੇ ਪਿੱਛੇ ਜੋ ਮੋਟੇ ਜਿਹੇ ਰੂਪ ਦੇ ਵਿੱਚ 3 ਕਾਰਨ ਦਾਸ ਨੂੰ ਸਮਝ ਆਉਂਦੇ ਨੇ, ਮੈਂ ਆਪ ਜੀ ਦੇ ਨਾਲ ਸਾਂਝੇ ਕਰਦੇ ਹਾਂ। ਪਹਿਲਾ ਕਾਰਨ ਇਹ ਹੈ ਵੀ ਅਸੀਂ ਉਸ ਮ੍ਰਿਤਕ ਪ੍ਰਾਣੀ ਦੇ ਨਿਮਿਤ ਅਰਦਾਸ ਕਰਨੀ ਹੈ, ਅਬ ਕੀ ਬਾਰ ਬਖਸ਼ ਬੰਦੇ ਕੋ ਬੋਰ ਨਾ ਭਵਜਨ ਫੇਰਾ। ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਇਹ ਇੱਕ ਭਾਵਨਾ ਹੈ। ਦੂਸਰਾ ਕਾਰਨ ਇਹ ਹੈ ਵੀ ਉਸ ਦੁੱਖ ਦੀ ਘੜੀ ਦੇ ਵਿੱਚ ਬਾਣੀ ਦਾ ਓਟ ਆਸਰਾ ਲੈ ਕਰਕੇ ਅਸੀਂ ਆਪਣੇ ਇਸ ਡੋਲਦੇ ਮਨ ਨੂੰ ਦ੍ਰਿੜਤਾ ਦੇ ਸਕੀਏ, ਹੌਸਲਾ ਦੇ ਸਕੀਏ। ਤੇ ਤੀਸਰਾ ਕਾਰਨ ਸਾਧ ਸੰਗਤ ਜੀ ਇਹ ਹੈ ਵੀ ਅਸੀਂ ਗੁਰਬਾਣੀ ਦੇ ਕੋਲੋਂ ਉਸ ਵੇਲੇ ਉਸ ਸਮੇਂ ਦੇ ਉੱਤੇ ਇੱਕ ਮੈਸੇਜ ਲੈ ਸਕੀਏ ਆਪਣੇ ਲਈ। ਉਹ ਮੈਸੇਜ ਕਿਹੜਾ ਹੈ? ਸੰਗ ਚਲਤ ਹੈ ਹਮ ਪੀ ਚਲਣਾ, ਦੂਰ ਗਵਨ ਸਿਰ ਉੱਪਰ ਮਰਨਾ। ਇਹ ਬੜਾ ਵੱਡਾ ਸਾਨੂੰ ਮੈਸੇਜ ਦਿੰਦੀ ਹੈ। ਸੋ ਮੈਂ ਬੇਨਤੀ ਕਰ ਰਿਹਾ ਸੀ ਵੀ ਸਤਿਗੁਰੂ ਜੀ ਦੀ ਬਾਣੀ ਨੇ ਕਿਤੇ ਵੀ ਇਹ ਨਹੀਂ ਕਿਹਾ ਵੀ ਮਰਨ ਤੋਂ ਬਾਅਦ ਤੈਨੂੰ ਕਿਸੇ ਪ੍ਰਕਾਰ ਦੀ ਮੁਕਤੀ ਮਿਲਣੀ ਹੈ। ਸਤਿਗੁਰੂ ਜੀ ਕਹਿੰਦੇ ਜਿਉਂਦਿਆਂ ਜੀ ਮੁਕਤੀ ਪ੍ਰਾਪਤ ਕਰ। ਜਿਉਂਦਿਆਂ ਜੀ ਮੁਕਤੀ ਕਿਹਨਾਂ ਤੋਂ ਪ੍ਰਾਪਤ ਕਰਨੀ ਹੈ? ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਚੁਗਲੀ, ਨਿੰਦਿਆ, ਈਰਖਾ, ਦਵੈਸ਼, ਰਿਸ਼ਵਤਖੋਰੀ, ਠੱਗੀਆਂ ਮਾਰਨ ਤੋਂ ਮੁਕਤੀ ਪ੍ਰਾਪਤ ਕਰ। ਤੂੰ ਜਿਉਂਦਿਆਂ ਜੀ ਮੁਕਤ ਹੋ ਜਾਵੇਗਾ, ਗੁਰੂ ਦੇ ਦਰ ਤੇ ਪ੍ਰਵਾਨ ਹੋ ਜਾਵੇਗਾ। ਸੋ ਬਾਣੀ ਜਿਹੜੀ ਹੈ ਇਹ ਮਰਨ ਤੋਂ ਬਾਅਦ ਦੇ ਲਈ ਨਹੀਂ ਹੈ, ਬਾਣੀ ਜਿਉਂਦਿਆਂ ਜੀ ਪੜ੍ਹਨੀ ਸੀ। ਬਾਣੀ ਨੇ ਸਾਡਾ ਜੀਵਨ ਜਿਹੜਾ ਸੀ ਉਹ ਸਵਾਰਨਾ ਸੀ। ਇਸੇ ਕਰਕੇ ਸਤਿਗੁਰੂ ਜੀ ਨੂੰ ਬਾਣੀ ਦੇ ਵਿੱਚ ਇਹ ਗੱਲਾਂ ਕਹਿਣੀਆਂ ਪਈਆਂ। ਮਰਨ ਮੁਕਤ ਕਿਨ ਪਾਈ। ਸਤਿਗੁਰੂ ਜੀ ਕਹਿਣ ਲੱਗੇ ਮੈਨੂੰ ਮਰਨ ਤੋਂ ਬਾਅਦ ਦੀ ਮੁਕਤੀ ਦੀ ਲੋੜ ਨਹੀਂ, ਮੈਨੂੰ ਲੋੜ ਹੈ ਤੇ ਜਿਉਂਦਿਆਂ ਜੀ ਮੁਕਤ ਹੋਣ ਦੀ। ਸੋ ਇੱਥੇ ਸਾਧ ਸੰਗਤ ਜੀ ਸਤਿਗੁਰੂ ਜੀ ਸਾਨੂੰ ਜੀਵਨ ਦੀ ਮੁਕਤੀ ਦੀ ਜਾਚ ਸਿਖਾਉਂਦੇ ਨੇ ਵੀ ਜੀਵਨ ਦੇ ਵਿੱਚ ਮੁਕਤ ਕਿਵੇਂ ਹੋਣਾ ਹੈ। ਤੇ ਇਹ ਜੀਵਨ ਦੇ ਵਿੱਚ ਮੁਕਤ ਤਾਂ ਹੀ ਹੋਇਆ ਜਾ ਸਕਦਾ ਜੇ ਗੁਰੂ ਦੇ ਸਨਮੁਖ ਹੋਵੇਗਾ। ਜੇ ਗੁਰੂ ਤੋਂ ਬੇਮੁਖ ਹੋ ਗਿਆ ਤੇ ਸਤਿਗੁਰੂ ਜੀ ਕਹਿ ਲਗੇ ਬਿਨ ਸਤਿਗੁਰ ਮੁਕਤ ਨਾ ਪਾਵੇ। ਗੁਰੂ ਤੋਂ ਬਗੈਰ ਮੁਕਤੀ ਨਹੀਂ ਮਿਲ ਸਕਦੀ। ਤੇ ਜੇ ਗੁਰੂ ਦੇ ਸਨਮੁਖ ਹੋ ਗਿਆ ਫਿਰ ਗੁਰੂ ਨੇ ਤੈਨੂੰ ਦੱਸਣਾ ਹੈ। ਜੇ ਤੇਰੇ ਜੀਵਨ 'ਚ ਕਾਮ ਦਾ ਬੰਧਨ ਹੈ ਤੇ ਗੁਰੂ ਨੇ ਤੈਨੂੰ ਸਮਝਾਉਣਾ ਹੈ, ਹੇ ਕਾਮੰ ਨਰਕ ਵਿਸ਼ਰਾਮੰ। ਤੇ ਜੇ ਤੇਰੇ ਜੀਵਨ ਦੇ ਅੰਦਰ ਲੋਭ ਦਾ ਬੰਧਨ ਹੈ ਤੇ ਗੁਰੂ ਨੇ ਤੈਨੂੰ ਸਮਝਾਉਣਾ ਹੈ, ਲੱਭ ਕੁੱਤਾ ਕੂੜ ਚੂੜਾ ਠੱਗ ਖਾਦਾ ਮੁਰਦਾਰ। ਗੁਰੂ ਨੇ ਇਹਨਾਂ ਬੰਧਨਾਂ ਦੇ ਵਿੱਚੋਂ ਤੈਨੂੰ ਆਜ਼ਾਦ ਕਰ ਦੇਣਾ ਹੈ, ਮੁਕਤ ਕਰ ਦੇਣਾ ਹੈ। ਜੇ ਤੇਰੇ ਜੀਵਨ ਦੇ ਅੰਦਰ ਹੰਕਾਰ ਦਾ ਬੰਧਨ ਹੈ ਤੇ ਗੁਰੂ ਨੇ ਤੈਨੂੰ ਇਹ ਗੱਲ ਸਮਝਾ ਦੇਣੀ ਹੈ, ਜਬ ਹਮ ਹੋਤੇ ਤਬ ਤੂੰ ਨਾਹੀ, ਅਬ ਤੂੰ ਹੀ ਮੈਂ ਨਾਹੀ। ਗੁਰੂ ਨੇ ਇਹ ਗੱਲ ਸਮਝਾ ਦੇਣੀ ਹੈ, ਨਾਨਕ ਹੋਮੈ ਰੋਗ ਬੁਰੇ। ਗੁਰੂ ਨੇ ਇਹ ਗੱਲ ਸਮਝਾ ਦੇਣੀ ਹੈ, ਹੋਮੈ ਦੀਰਘ ਰੋਗ ਹੈ, दारू ਪੀ ਇਸ ਮਾਹੀ। ਤੇ ਜੇ ਤੇਰੇ ਜੀਵਨ ਦੇ ਅੰਦਰ ਕਿਸੇ ਦੇ ਨਾਲ ਠੱਗੀ ਕਰਕੇ ਰਿਸ਼ਵਤ ਲੈ ਕੇ
ਪਰਾਇਆ ਹੱਕ ਖਾਣ ਦਾ ਬੰਧਨ ਹੈ ਤੇ ਗੁਰੂ ਨੇ ਇਸ ਬੰਧਨ ਤੋਂ ਤੈਨੂੰ ਇਸ ਢੰਗ ਦੇ ਨਾਲ ਮੁਕਤ ਕਰਾਉਣਾ ਹੈ। ਜੇ ਤੂੰ ਗੁਰੂ ਦੇ ਸਨਮੁਖ ਹੋ ਗਿਆ, ਗੁਰੂ ਨੇ ਤੈਨੂੰ ਇਹ ਉਪਦੇਸ਼ ਕਰਨਾ ਹੈ, ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ, ਗੁਰ ਪੀਰ ਹਾਮਾ ਤਾਂ ਭਰੇ ਜਾਂ ਮੁਰਦਾਰ ਨਾ ਖਾਏ। ਵੇਖੋ ਕਿੰਨੀ ਹੈਰਾਨੀ ਦੀ ਬਾਤ ਹੈ ਨਾ, ਵੀ ਸਤਿਗੁਰੂ ਜੀ ਸਾਨੂੰ ਜਿਉਂਦਿਆਂ ਜੀ ਮੁਕਤ ਕਰਨਾ ਚਾਹ ਰਹੇ ਨੇ, ਪਰ ਜਿਹੜੀ ਸਾਡੇ ਉੱਤੇ ਧਰਮ ਦੀ ਉਹ ਲੋਬੀ ਬੈਠੀ ਹੈ ਨਾ, ਉਹਨੇ ਸਾਨੂੰ ਉਲਝਾ ਕੇ ਰੱਖ ਦਿੱਤਾ ਮਰਨ ਤੋਂ ਬਾਅਦ ਵਾਲੀ ਮੁਕਤੀ ਦੇ ਵਿੱਚ। ਜਿਉਂਦਿਆਂ ਜੀ ਤੇ ਸਾਨੂੰ ਮੁਕਤ ਹੋਣ ਹੀ ਨਹੀਂ ਦਿੱਤਾ। ਉਹਨਾਂ ਨੇ ਸਾਡੀ, ਮੈਂ ਫਿਰ ਬੇਨਤੀ ਕਰਾਂ ਵੀ ਸਾਡੀ ਮਾਨਸਿਕਤਾ ਦੀ ਸੂਈ ਉਹਨਾਂ ਨੇ ਉੱਥੇ ਟਿਕਾ ਦਿੱਤੀ ਵੀ ਮਰਨ ਤੋਂ ਬਾਅਦ ਤੁਸੀਂ ਮੁਕਤੀ ਪ੍ਰਾਪਤ ਕਰਨੀ ਹੈ, ਮਰਨ ਤੋਂ ਬਾਅਦ ਸਵਰਗ ਪ੍ਰਾਪਤ ਕਰਨਾ ਹੈ, ਮਰਨ ਤੋਂ ਬਾਅਦ ਤੁਸੀਂ ਸੱਚਖੰਡ ਵਾਸੀ ਬਣਨਾ। ਸਤਿਗੁਰੂ ਜੀ ਕਹਿਣ ਲੱਗੇ ਜਿਉਂਦਿਆਂ ਜੀ ਸਵਰਗ ਪ੍ਰਾਪਤ ਕਰ, ਜਿਉਂਦਿਆਂ ਜੀ ਸੱਚਖੰਡ ਵਾਸੀ ਬਣ। ਖੈਰ, ਗੁਰੂ ਅਮਰਦਾਸ ਜੀ ਮਹਾਰਾਜ ਨੇ ਇਸ ਪੌੜੀ ਦੇ ਵਿੱਚ ਬੜੀ ਪਿਆਰੀ ਬਾਤ ਕਹੀ ਹੈ। ਸਤਿਗੁਰੂ ਜੀ ਕਹਿਣ ਲੱਗੇ ਜੇ ਕੋ ਗੁਰ ਤੇ ਵੇਮੁਖ ਹੋਵੇ, ਬਿਨ ਸਤਿਗੁਰ ਮੁਕਤ ਨਾ ਪਾਵੇ। ਜੇ ਗੁਰੂ ਤੋਂ ਕੋਈ ਬੇਮੁਖ ਹੋ ਜਾਂਦਾ ਹੈ ਤੇ ਗੁਰੂ ਤੋਂ ਬਗੈਰ ਉਹ ਜਿਉਂਦਿਆਂ ਜੀ ਮੁਕਤੀ ਨਹੀਂ ਪ੍ਰਾਪਤ ਕਰ ਸਕਦਾ। ਵੈਸੇ ਗੁਰੂ ਦੇ ਜੇ ਸਨਮੁਖ ਹੋ ਜਾਵੇ ਤੇ ਗੁਰੂ ਦਾ ਇੱਕ ਕਰਮ ਹੈ, ਸਤਿਗੁਰ ਸਿੱਖ ਕੇ ਬੰਧਨ ਕਾਟੈ, ਗੁਰ ਕਾ ਸਿੱਖ ਵਿਕਾਰ ਤੇ ਹਟੈ। ਸਤਿਗੁਰ ਸਿੱਖ ਕੋ ਨਾਮ ਧਨ ਦੇ, ਗੁਰ ਕਾ ਸਿੱਖ ਵਡਭਾਗੀ ਹੈ। ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੈ, ਨਾਨਕ ਸਤਿਗੁਰ ਸਿੱਖ ਕੋ ਜੀ ਨਾਲ ਸਮਾਰੈ। ਸਤਿਗੁਰੂ ਜੀ ਕਹਿਣ ਲੱਗੇ ਜੇ ਗੁਰੂ ਦੇ ਸਨਮੁਖ ਹੋ ਜਾਵੇਗਾ ਤੇ ਗੁਰੂ ਨੇ ਤੇਰੀ ਜ਼ਿੰਦਗੀ ਚੋਂ ਸਾਰੇ ਬੰਧਨ ਕੱਢ ਦੇਣੇ ਨੇ ਜਿਉਂਦਿਆਂ ਜੀ, ਤੇ ਫਿਰ ਤੇਰੀ ਜ਼ਿੰਦਗੀ 'ਚ ਮਰਨ ਤੋਂ ਬਾਅਦ ਵਾਲੀ ਮੁਕਤੀ ਦੀ ਲਾਲਸਾ ਨਹੀਂ ਰਹਿ ਜਾਵੇਗੀ। ਸੋ ਗੁਰੂ ਸਾਹਿਬ ਜੀ ਕਹਿੰਦੇ ਨੇ ਜੇ ਕੋ ਗੁਰੂ ਤੇ ਵੇਮੁਖ ਹੋਵੇ, ਬਿਨ ਸਤਿਗੁਰ ਮੁਕਤ ਨਾ ਪਾਵੇ, ਪਾਵੇ ਮੁਕਤ ਨਾ ਹੋਰ ਥੈ ਕੋਈ, ਪੁੱਛੋ ਵਿਵੇਕੀਆਂ ਜਾਏ। ਅੱਛਾ, ਇਸ ਮਰਨ ਤੋਂ ਬਾਅਦ ਵਾਲੀ ਮੁਕਤੀ ਦਾ ਜਿਹੜਾ ਸਾਨੂੰ ਸਿਧਾਂਤ ਦਿੱਤਾ ਨਾ ਪੁਜਾਰੀ ਨੇ, ਧਰਮ ਦੀ ਦੁਨੀਆ ਦੇ ਉਸ ਠੇਕੇਦਾਰ ਨੇ, ਉਹਨੇ ਫਿਰ ਇਸ ਮੁਕਤੀ ਨੂੰ ਪ੍ਰਾਪਤ ਕਰਨ ਦੇ ਕਈ ਸਾਡੇ ਸਾਹਮਣੇ ਸਾਧਨ ਇਖਤਿਆਰ ਕਰ ਦਿੱਤੇ। ਕਿਤੇ ਉਹ ਕਹਿੰਦਾ ਸੀ ਤੀਰਥ ਸਥਾਨ ਕਰੋ, ਇਸ਼ਨਾਨ ਕਰੋ, ਕਦੇ ਉਹ ਕਹਿੰਦਾ ਸੀ ਫਲਾਣੇ ਤੀਰਥ ਤੇ ਜਾਓ। ਐਸੇ ਐਸੇ ਵੀ ਉਹਨੇ ਭਰਮ ਪਾ ਦਿੱਤੇ। ਬਕਾਇਦਾ ਉਹਨੇ ਆਰੇ ਫਿੱਟ ਕਰ ਦਿੱਤੇ ਧਾਰਮਿਕ ਸਥਾਨਾਂ ਦੇ ਉੱਤੇ ਵੀ ਜਿਹੜਾ ਇਹਨਾਂ ਆਰਿਆਂ ਦੇ ਹੇਠ ਆਪਣਾ ਤਨ ਚਿਰਵਾ ਕੇ ਮਰੇਗਾ ਉਹਨੂੰ ਮੁਕਤੀ ਮਿਲੇਗੀ ਮਰਨ ਤੋਂ ਬਾਅਦ। ਸਤਿਗੁਰੂ ਜੀ ਸਪਸ਼ਟ ਕਹਿੰਦੇ ਨੇ, ਕਹਿਣ ਲੱਗੇ ਪਾਵੈ ਮੁਕਤ ਨਾ ਹੋਰ ਥੈ ਕੋਈ, ਹੋਰ ਕਿਸੇ ਵੀ ਥਾਂ ਤੋਂ ਤੈਨੂੰ ਮੁਕਤੀ ਨਹੀਂ ਮਿਲਣੀ ਗੁਰੂ ਤੋਂ ਇਲਾਵਾ। ਸਤਿਗੁਰੂ ਜੀ ਕਹਿਣ ਲੱਗੇ ਜੇ ਮੇਰੀ ਗੱਲ ਦਾ ਯਕੀਨ ਨਹੀਂ, ਪੁੱਛੋ ਵਿਵੇਕੀਆਂ ਜਾਏ। ਵਿਵੇਕੀਆਂ ਦੇ ਅਰਥ ਨੇ ਵਿਚਾਰਵਾਨ, ਜਿਨ੍ਹਾਂ ਨੇ ਆਪਣੇ ਜੀਵਨ ਦੇ ਅੰਦਰ ਇਸ ਗੱਲ ਨੂੰ ਇੰਪਲੀਮੈਂਟ ਕੀਤਾ, ਉਹਨਾਂ ਨੂੰ ਜਾ ਕੇ ਪੁੱਛਿਓ ਵੀ ਹੋਰ ਕਿਸੇ ਵੀ ਥਾਂ ਤੋਂ ਮੁਕਤੀ ਜਿਹੜੀ ਹੈ ਉਹ ਨਹੀਂ ਮਿਲ ਸਕਦੀ। ਭਗਤ ਕਬੀਰ ਸਾਹਿਬ ਜੀ ਦਾ ਆਪਾਂ ਬਚਨ ਪੜ੍ਹਦੇ ਹਾਂ, ਉਹ ਕਹਿਣ ਲੱਗੇ ਮੈਨੂੰ ਨਹੀਂ ਫਰਕ ਪੈਂਦਾ ਮੈਂ ਕਾਸ਼ੀ ਦੀ ਧਰਤੀ ਤੇ ਆ ਜਾਂ ਮੈਂ ਹੜੰਬੇ ਦੀ ਧਰਤੀ ਦੇ ਉੱਤੇ ਆ, ਮੈਨੂੰ ਇਸ ਗੱਲ ਦਾ ਕੋਈ ਫਰਕ ਨਹੀਂ ਹੈ, ਕਿਉਂਕਿ ਮੈਂ ਉਸ ਅਕਾਲ ਪੁਰਖ ਪਰਮਾਤਮਾ ਦੇ ਨਾਮ ਦੇ ਨਾਲ ਸਾਂਝ ਬਣਾ ਕੇ, ਗੁਣਾਂ ਦੇ ਨਾਲ ਸਾਂਝ ਬਣਾ ਕੇ ਮੈਂ ਜਿਉਂਦੇ ਜੀ ਮੁਕਤੀ ਪ੍ਰਾਪਤ ਕਰ ਲਈ ਹੈ। ਇਸ ਲਈ ਮੈਨੂੰ ਹੁਣ ਕੋਈ ਫਰਕ ਨਹੀਂ ਹੈ, ਭਾਵੇਂ ਮੈਂ ਕਾਸ਼ੀ ਦੀ ਧਰਤੀ ਤੇ ਪ੍ਰਾਣ ਤਿਆਗ ਦੇਵਾਂ ਤੇ ਭਾਵੇਂ ਮੈਂ ਹੜੰਬੇ ਦੀ ਧਰਤੀ ਤੇ, ਮਗਹਰ ਦੀ ਧਰਤੀ ਤੇ ਪ੍ਰਾਣ ਤਿਆਗ ਦੇਵਾਂ। ਸੋ ਸਤਿਗੁਰੂ ਜੀ ਕਹਿੰਦੇ ਨੇ ਪੁੱਛੋ ਵਿਵੇਕੀਆਂ ਜਾਏ, ਅਨੇਕ ਜੂਨੀ ਭਰਮ ਆਵੇ, ਵਿਣ ਸਤਿਗੁਰ ਮੁਕਤ ਨਾ ਪਾਏ। ਤੇ ਜੇ ਗੁਰੂ ਤੋਂ ਬੇਮੁਖ ਹੋਇਆ ਹੈ ਬੰਦਾ, ਫਿਰ ਉਹ ਜਿਉਂਦਾ ਜੀ ਅਨੇਕਾਂ ਜੂਨੀਆਂ ਦੇ ਵਿੱਚ ਭਟਕਦਾ ਹੈ। ਕਿਤੇ ਉਹ ਵੇਖੋ ਮਰਨ ਤੋਂ ਬਾਅਦ ਜੂਨੀਆਂ ਦੀ ਗੱਲ ਜਿਹੜੀ ਹੈ ਉਹ ਸਾਡੀ ਮਾਨਸਿਕਤਾ ਦੇ ਵਿੱਚ ਬੈਠੀ ਹੋਈ ਹੈ, ਪਰ ਸਤਿਗੁਰੂ ਜੀ ਕਹਿਣ ਲੱਗੇ ਤੂੰ ਜਿਉਂਦੇ ਜੀ ਵੀ ਜੂਨੀਆਂ ਭੁਗਤ ਰਿਹਾ। ਕਦੇ ਆਪਾਂ ਬਚਨ ਪੜ੍ਹੀਏ ਗੁਰੂ ਅਰਜਨ ਸਾਹਿਬ ਜੀ ਦਾ, ਗੁਰ ਮੰਤਰ ਹਿਣਸੇ ਜੋ ਪ੍ਰਾਣੀ, ਤ੍ਰਿਗੰਤ ਜਨਮ ਪ੍ਰਸ਼ਟ ਨੇ, ਕੂਕਰੈ ਸ਼ੁਕਰੈ ਗਰਦ ਬੈ ਕਾਕੈ ਸਰਪਨੇ ਤੁਲ ਖਲ। ਸਤਿਗੁਰੂ ਜੀ ਕਹਿਣ ਲੱਗਿਆ ਸਾਰੀਆਂ ਜੂਨਾਂ ਤੇ ਤੂੰ ਆਲਰੇਡੀ ਭੁਗਤ ਰਿਹਾ। ਗੁਰੂ ਸਾਹਿਬ ਜੀ ਨੇ ਕਿੱਡੀ ਪਿਆਰੀ ਗੱਲ ਕਹੀ। ਸਤਿਗੁਰੂ ਜੀ ਕਹਿ ਲਗੇ ਬਿਨ ਸਿਮਰਨ ਜੋ ਜੀਵਨ ਬਲਨਾ, ਸਰਪ ਜੈਸੇ ਅਰਜਾਰੀ। ਜੇ ਤੇਰੀ ਜ਼ਿੰਦਗੀ 'ਚ ਨਾਮ ਨਹੀਂ ਹੈ, ਸਿਮਰਨ ਨਹੀਂ ਹੈ, ਤੇ ਸੱਪ ਵਾਲੀ ਜੂਨ ਤੂੰ ਭੁਗਤ ਰਿਹਾ ਹੈ। ਤੇ ਇਹ ਕਿਉਂ ਭੁਗਤ ਰਿਹਾ? ਕਿਉਂਕਿ ਗੁਰੂ ਤੋਂ ਬੇਮੁਖ ਹੈ। ਤੋ ਸਤਿਗੁਰੂ ਜੀ ਕਹਿੰਦੇ ਨੇ ਅਨੇਕ ਜੂਨੀ ਭਰਮ ਆਵੇ, ਵਿਣ ਸਤਿਗੁਰ ਮੁਕਤ ਨਾ ਪਾਏ। ਗੁਰੂ ਤੋਂ ਬਗੈਰ ਮੁਕਤੀ ਨਹੀਂ ਮਿਲ ਸਕਦੀ ਜਿਉਂਦਿਆਂ ਜੀ।
ਤੇ ਬੰਦਾ ਅਨੇਕਾਂ ਜਿਉਂਦੇ ਜੀ ਮਾਨਸਿਕ ਤੌਰ ਤੇ ਅਨੇਕਾਂ ਜੂਨਾਂ ਦੇ ਵਿੱਚ ਭਟਕ ਰਿਹਾ। ਕਦੇ ਉਹ ਕੂਕਰ ਦੀ ਜੂਨ ਦੇ ਵਿੱਚ, ਕਦੇ ਉਹ ਹਾਥੀ ਦੀ, ਜੇ ਕਾਮ ਬਿਰਤੀ ਹੈ ਤੇ ਹਾਥੀ ਦੀ ਜੂਨ ਦੇ ਵਿੱਚ, ਜੇ ਲਾਲਚੀ ਬਿਰਤੀ ਹੈ ਤੇ ਕੁੱਤੇ ਦੀ ਜੂਨ ਦੇ ਵਿੱਚ। ਇਸੇ ਕਰਕੇ ਸਤਿਗੁਰੂ ਜੀ ਨੂੰ ਕਹਿਣਾ ਪਿਆ, ਏਕ ਭਗਤ ਭਗਵਾਨ ਜਿਹ ਪ੍ਰਾਣੀ ਕੈ ਨਾਹੇ ਮਨ, ਜੈਸੇ ਸ਼ੂਕਰ ਸੁਆਨ ਨਾਨਕ ਮਾਨੋ ਤਾਹੇ ਤਨ। ਤੇ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ, ਫਿਰ ਮੁਕਤ ਪਾਏ ਲਾਗ ਚਰਨੀ ਸਤਿਗੁਰ ਸ਼ਬਦ ਸੁਨਾਏ। ਅੱਛਾ, ਜੇ ਮੁਕਤੀ ਪ੍ਰਾਪਤ ਕਰਨਾ ਚਾਹੁੰਦਾ ਹੈ ਨਾ, ਸਤਿਗੁਰੂ ਜੀ ਕਹਿਣ ਲੱਗੇ ਇਹਦਾ ਇੱਕੋ ਇੱਕ ਵਸੀਲਾ ਹੈ। ਕਿਸੇ ਵੀ ਥਾਂ ਤੋਂ ਤੈਨੂੰ ਮੁਕਤੀ ਨਹੀਂ ਮਿਲਣੀ, ਭਾਵੇਂ ਤੂੰ ਕਿਸੇ ਆਰੇ ਥੱਲੇ ਸੀਸ ਕਟਾ ਲਾ, ਭਾਵੇਂ ਕਿਸੇ ਰੱਥ ਦੇ ਪਹੀਏ ਥੱਲੇ ਆਪਣਾ ਆਪ ਖਤਮ ਕਰ ਲਾ, ਤੇ ਭਾਵੇਂ ਕਿਸੇ ਦਰਖਤ ਤੋਂ ਪੱਥਰ ਦੇ ਉੱਤੇ ਡਿੱਗ ਕੇ ਆਪਣੀ ਜਨਮ ਲੀਲਾ ਜਿਹੜੀ ਹੈ ਉਹ ਖਤਮ ਕਰ ਲਾ। ਸਤਿਗੁਰੂ ਜੀ ਕਹਿਣ ਲੱਗੇ ਇਹੋ ਜਿਹੀਆਂ ਕਿਸੇ ਵੀ ਤਰੀਕਿਆਂ ਦੇ ਨਾਲ ਮੁਕਤੀ ਨਹੀਂ ਮਿਲਣੀ। ਇੱਕੋ ਇੱਕ ਢੰਗ ਹੈ, ਉਹ ਗੁਰੂ ਦੀਆਂ ਚਰਨਾਂ ਦੇ ਵਿੱਚ ਲੱਗਣਾ ਪਵੇਗਾ, ਫਿਰ ਮੁਕਤ ਪਾਏ। ਫਿਰ ਉਹ ਮੁਕਤੀ ਤਾਂ ਮਿਲੇਗੀ ਜੇ ਗੁਰੂ ਦੇ ਚਰਨਾਂ ਦੇ ਵਿੱਚ ਜੁੜੇਗਾ। ਲਾਗ ਚਰਨੀ, ਗੁਰੂ ਦੇ ਚਰਨਾਂ ਦੇ ਵਿੱਚ ਜੁੜਨ ਤੋਂ ਭਾਵ ਹੈ ਜੇ ਗੁਰੂ ਦੀਆਂ ਸਿੱਖਿਆਵਾਂ, ਗੁਰੂ ਦੇ ਸ਼ਬਦ ਨੂੰ ਆਪਣੇ ਜੀਵਨ ਦੇ ਅੰਦਰ ਵਸਾਵੇਂਗਾ। ਤੇ ਸਤਿਗੁਰੂ ਜੀ ਕਹਿੰਦੇ ਕਿ ਸਤਿਗੁਰੂ ਸ਼ਬਦ ਸੁਣਾਏ, ਫਿਰ ਗੁਰੂ ਸ਼ਬਦ ਸੁਣਾਏਗਾ। ਗੁਰੂ ਫਿਰ ਸੁਣਾਏਗਾ ਤੈਨੂੰ ਇਹ ਸ਼ਬਦ, ਦੱਸੇਗਾ ਕਬੀਰ ਮੁਕਤ ਦੁਆਰਾ ਸੰਕੁੜਾ, ਰਾਈ ਦੱਸੈ ਭਾਏ, ਮਨ ਤੋਂ ਮੈਗਲ ਹੋਏ ਰਹਾ, ਨਿਕਸੈ ਕਿਉਂ ਕਰ ਜਾਏ। ਐਸਾ ਸਤਿਗੁਰੂ ਜੇ ਮਿਲੈ ਤੁਠਾ ਕਰੇ ਪਸਾਓ, ਮੁਕਤ ਦੁਆਰਾ ਮੋਕਲਾ ਸਹਜੇ ਆਵੋ ਜਾਓ। ਗੁਰੂ ਫਿਰ ਇਹ ਗੱਲ ਸਮਝਾਵੇਗਾ ਤੇ ਅਖੀਰ ਤੇ ਸਤਿਗੁਰੂ ਜੀ ਕਹਿੰਦੇ ਨੇ, ਕਹਿ ਨਾਨਕ ਵਿਚਾਰ ਦੇਖੋ, ਵਿਣ ਸਤਿਗੁਰ ਮੁਕਤ ਨਾ ਪਾਏ। ਨਾਨਕ ਇਹ ਗੱਲ ਆਖਦਾ ਹੈ। ਇਸ ਵਿਸ਼ੇ ਦੇ ਉੱਤੇ ਗੁਰੂ ਅਮਰਦਾਸ ਜੀ ਮਹਾਰਾਜ ਨਾਨਕ ਰੂਪ ਹੋ ਕੇ ਇਹ ਗੱਲ ਆਖ ਰਹੇ ਨੇ ਵੀ ਇਸ ਵਿਸ਼ੇ ਦੇ ਉੱਤੇ ਤੁਸੀਂ ਵਿਚਾਰ ਕਰਕੇ ਵੇਖ ਲਵੋ, ਪੜਚੋਲ ਕਰਕੇ ਵੇਖ ਲਵੋ, ਵਿਣ ਸਤਿਗੁਰ ਮੁਕਤ ਨਾ ਪਾਏ। ਗੁਰੂ ਤੋਂ ਬਗੈਰ ਜ਼ਿੰਦਗੀ ਦੇ ਵਿੱਚ ਜਿਉਂਦਿਆਂ ਜੀ ਇਹਨਾਂ ਵਿਸ਼ਿਆਂ ਵਿਕਾਰਾਂ ਤੋਂ, ਇਹਨਾਂ ਔਗਣਾ ਪਾਪਾਂ ਤੇ ਬੁਰਾਈਆਂ ਤੋਂ ਮੁਕਤੀ ਨਹੀਂ ਮਿਲ ਸਕਦੀ। ਸੋ ਸਾਧ ਸੰਗਤ ਜੀ, ਇਸ ਪੌੜੀ ਦੇ ਵਿੱਚ ਸਤਿਗੁਰੂ ਜੀ ਨੇ ਜਿਹੜੀ ਗੱਲ ਸਾਨੂੰ ਸਮਝਾਉਣ ਦਾ ਯਤਨ ਕੀਤਾ ਹੈ, ਉਹ ਗੱਲ ਇਹ ਕਿ ਗੁਰੂ ਦੇ ਕੋਲੋਂ ਹੀ ਮੁਕਤੀ ਮਿਲਣੀ ਹੈ। ਤੇ ਮੁਕਤੀ ਜਿਹੜੀ ਹੈ ਉਹ ਅਸੀਂ ਜਿਉਂਦਿਆਂ ਜੀ ਪ੍ਰਾਪਤ ਕਰਨੀ ਹੈ, ਨਾ ਕਿ ਮਰਨ ਤੋਂ ਬਾਅਦ। ਮਰਨ ਤੋਂ ਬਾਅਦ ਮੁਕਤੀ ਦੀ ਕੋਈ ਲਾਲਸਾ ਮਨ ਦੇ ਵਿੱਚ ਨਹੀਂ ਰੱਖਣੀ, ਤੇ ਨਾ ਹੀ ਕੋਈ ਗੁਰਮਤਿ ਇਹੋ ਜਿਹਾ ਸਿਧਾਂਤ ਸਾਨੂੰ ਦਿੰਦੀ ਹੈ। ਆਓ ਗੁਰੂ ਕਿਰਪਾ ਕਰੇ, ਜਿਉਂਦਿਆਂ ਜੀ ਗੁਰੂ ਦੇ ਸਨਮੁਖ ਹੋ ਕੇ ਬਾਣੀ ਨੂੰ ਆਪ ਪੜ੍ਹ ਕੇ, ਸਮਝ ਕੇ, ਵਿਚਾਰ ਕੇ ਅਸੀਂ ਜਿਉਂਦਿਆਂ ਜੀ ਵਿਸ਼ਿਆਂ ਵਿਕਾਰਾਂ ਤੋਂ ਮੁਕਤ ਹੋ ਸਕੀਏ, ਔਗਣਾ ਪਾਪਾਂ ਤੇ ਬੁਰਾਈਆਂ ਤੋਂ ਮੁਕਤ ਹੋ ਸਕੀਏ। ਸਾਡੀ ਮਾਨਸਿਕਤਾ ਨੂੰ ਜਿਹੜਾ ਬੰਧਨਾਂ ਨੇ ਜਕੜਿਆ ਹੋਇਆ ਹੈ ਨਾ, ਇਸ ਮਾਨਸਿਕਤਾ ਨੂੰ ਇਹਨਾਂ ਬੰਧਨਾਂ ਤੋਂ ਆਜ਼ਾਦ ਕਰਾ ਸਕੀਏ, ਤਾਂ ਕਿ ਸਾਡੇ ਵੀ ਹੋ ਸਕਣ ਇਹ ਲੋਕ ਸੁਖੀਏ ਪਰਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ ਮੇਲੇ, ਭੁੱਲਾਂ ਚੁੱਕਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।